ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ ਰਖ ਲੀਨੀ ਹਰ ਮੇਰੀ। ਅਬ ਤਬ ਜਬ ਕਬ ਤੁਹੀ ਤੁਹੀ ਹਮ ਤੋ ਪ੍ਰਸਾਦ ਸੁਖੀ ਸਦਹੀ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਭੂਲਹਿ ਚੂਕਹਿ ਬਾਰਕ ਤੂੰ ਹਰ ਪਿਤਾ ਮਾਇਆ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਾਮਦੀ ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਲਾਲੈ ਗਰਭ ਛੋਡਿਆ ਗੁਰ ਕੈ ਭੈ ਸਹਿਜ ਸੁਭਾਈ। ਲਾਲੈ ਖਸਮ ਪਛਾਣਿਆ ਵੱਡੀ ਵਡਿਆਈ। ਲਾਲੈ ਗਰਭ ਛੋਡਿਆ ਗੁਰ ਕੈ ਭੈ ਸਹਿਜ ਸੁਭਾਈ। ਲਾਲੈ ਖਸਮ ਪਛਾਣਿਆ ਵੱਡੀ ਵਡਿਆਈ। ਖਸਮ ਮਿਲਿਆ ਸੁਖ ਪਾਇਆ ਕੀਮਤ ਕਹਿਣ ਨਾ ਜਾਈ। ਲਾਲਾ ਗੋਲਾ ਖਸਮ ਕਾ ਖਸਮੈ ਵਡਿਆਈ।
ਗੁਰ ਪ੍ਰਸਾਦੀ ਉਪਰੇ, ਹਰ ਕੀ ਸਰਣਾਈ। ਰਹਾਉ ਲਾਲੇ ਨੋ ਸਿਰ ਕਾਰ ਹੈ, ਧੁਰ ਖਸਮ ਫੁਰਮਾਈ। ਲਾਲੈ ਹੁਕਮ ਪਛਾਣਿਆ, ਸਦਾ ਰਹਿ ਰਜਾਈ। ਆਪੇ ਮੀਰਾ ਬਖਸ਼ ਲੈ, ਵੱਡੀ ਵਡਿਆਈ। ਆਪ ਸੱਚਾ ਸਭ ਸੱਚ ਹੈ, ਗੁਰ ਸ਼ਬਦ ਬੁਝਾਈ। ਤੇਰੀ ਸੇਵਾ ਸੋ ਕਰੇ, ਜਿਸਨੋ ਲਹਿ ਤੂੰ ਲਾਈ। ਬਿਨ ਸੇਵਾ ਕਿਨੈ ਨ ਪਾਇਆ, ਦੂਜੈ ਭਰਮ ਖੁਆਈ। ਸੋ ਕਿਉ ਮਨਹੁ ਵਿਸਾਰੀਐ, ਨਿਤ ਦੇਵੈ ਚੜ੍ਹੈ ਸਵਾਇਆ। ਜਿਉ ਪਿੰਡ ਸਭ ਤਿਸ ਦਾ, ਸਾਹੋ ਤਿਨੈ ਵਿੱਚ ਪਾਇਆ। ਜਾ ਕਿਰਪਾ ਕਰੇ ਤਾਂ ਸੇਵੀਐ, ਸੇਵ ਸੱਚ ਸਮਾਇਆ। ਸੋ ਕਿਉ ਮਨਹੁ ਵਿਸਾਰੀਐ, ਨਿਤ ਦੇਵੈ ਚੜ੍ਹੈ ਸਵਾਇਆ। ਜਿਉ ਪਿੰਡ ਸਭ ਤਿਸ ਦਾ, ਸਾਹੋ ਤਿਨੈ ਵਿੱਚ ਪਾਇਆ। ਜਾ ਕਿਰਪਾ ਕਰੇ ਤਾਂ ਸੇਵੀਐ, ਸੇਵ ਸੱਚ ਸਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖ਼ਤ ਦੇ ਮਾਲਕ, ਬਾਣੀ ਕੇ ਬੋਹਿਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਹਿਬੇ ਕਮਾਲ ਹੱਕ ਹੱਕ ਅੰਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਿਨਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼੍ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼੍ਰਵਣ ਕਰਦੀਆਂ ਆ ਰਹੀਆਂ ਹਨ, ਜੋ ਆਪ ਜੀ ਨੇ ਪਾਵਨ ਸ਼ਬਦ ਹੁਣੇ ਹੀ ਸ਼੍ਰਵਣ ਕੀਤਾ ਹੈ। ਇਸ ਪਾਵਨ ਸ਼ਬਦ ਦੀ ਆਪਾਂ ਨੇ ਵਿਚਾਰ ਸ਼੍ਰਵਣ ਕਰਨੀ ਹੈ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ
ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਆਖੋ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਲਾਲੈ ਗਰਭ ਛੋਡਿਆ, ਗੁਰ ਕੈ ਭੈ ਸਹਿਜ ਸੁਭਾਈ। ਲਾਲੈ ਖਸਮ ਪਛਾਣਿਆ, ਵੱਡੀ ਵਡਿਆਈ। ਮਾਰੂ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਇਹ ਪਾਵਨ ਸ਼ਬਦ ਸਤਿਗੁਰਾਂ ਦੇ ਪਾਵਨ ਅੰਕ 1011 ਤੋਂ ਪ੍ਰਾਰੰਭ ਹੁੰਦਾ ਹੈ ਤੇ 1012 ਤੇ ਜਾ ਕੇ ਇਸ ਪਾਵਨ ਸ਼ਬਦ ਦੀ ਅਸ਼ਟਪਦੀ ਦੀ ਸਮਾਪਤੀ ਹੈ। ਸਤਿਗੁਰੂ ਜੀ ਅੱਜ ਦੇ ਇਸ ਪਾਵਨ ਸ਼ਬਦ ਦੁਆਰਾ ਜੋ ਪ੍ਰਭੂ ਦਾ ਪਿਆਰਾ ਸੇਵਕ ਹੈ, ਦਾਸ ਹੈ, ਉਹਦੇ ਜੀਵਨ ਬਾਬਤ ਦੱਸਦੇ ਨੇ ਕਿ ਉਹਦਾ ਜੀਵਨ ਕਿਹੋ ਜਿਹਾ ਹੈ। ਜੋ ਪਿੱਛੇ ਆਪ ਜੀ ਨੇ ਪਿਛਲੇ ਸ਼ਬਦ ਵਿੱਚ ਵਿਚਾਰ ਸ਼ਰਵਣ ਕੀਤੀ ਸੀ, ਉਹਦੇ ਵਿੱਚ ਵੀ ਸਤਿਗੁਰੂ ਜੀ ਨੇ ਸੇਵਕ ਦੀ ਪਰਿਭਾਸ਼ਾ ਦੱਸੀ ਸੀ ਕਿ ਸੇਵਕ ਦਾ ਕੰਮ ਕੀ ਹੈ, ਸੇਵਕ ਕਰਦਾ ਕੀ ਹੈ। ਵਿਸਤਾਰ ਦੇ ਸਹਿਤ ਵੱਖਰੀਆਂ ਵੱਖਰੀਆਂ ਉਦਾਹਰਣਾਂ ਦੇ ਕੇ ਗੁਰੂ ਸਾਹਿਬਾਨ ਜੀ ਨੇ ਸਮਝਾਉਣਾ ਕੀਤਾ ਸੀ। ਤੇ ਅੱਜ ਦੇ ਇਸ ਪਾਵਨ ਸ਼ਬਦ ਦੁਆਰਾ ਵੀ ਪਾਤਸ਼ਾਹ ਇਹੀ ਦੱਸ ਰਹੇ ਨੇ ਕਿ ਸੇਵਕ ਦਾ ਅਸਲੀ ਕੰਮ ਕੀ ਹੈ, ਸੇਵਕ ਕਰਦਾ ਕੀ ਹੈ। ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰ ਰਹੇ ਨੇ। ਤੇ ਸਤਿਗੁਰੂ ਜੀ ਰਹਾਉ ਵਾਲੀ ਪੰਕਤੀ 'ਚ ਬਖਸ਼ਿਸ਼ ਕਰਦੇ, ਲਾਲਾ ਗੋਲਾ ਖਸਮ ਕਾ, ਖਸਮੈ ਵਡਿਆਈ, ਗੁਰ ਪ੍ਰਸਾਦੀ ਉਭਰੇ ਹਰ ਕੀ ਸਰਨਾਈ। ਲਾਲਾ ਕਹਿੰਦੇ ਨੇ ਸੇਵਕ, ਗੋਲਾ ਕਹਿੰਦੇ ਨੇ ਗੁਲਾਮ। ਲਾਲਾ ਸੇਵਕ ਤੇ ਗੋਲਾ ਗੁਲਾਮ। ਤੇ ਪਾਤਸ਼ਾਹ ਕਹਿੰਦੇ ਜਿਹੜਾ ਲਾਲਾ ਹੈ, ਪ੍ਰਭੂ ਦਾ ਗੋਲਾ ਗੁਲਾਮ ਹੈ, ਉਹ ਕੰਮ ਕੀ ਕਰਦਾ? ਕਹਿੰਦੇ ਖਸਮੈ ਵਡਿਆਈ। ਉਹ ਵਾਹਿਗੁਰੂ ਦੀ ਹੀ ਵਡਿਆਈ ਕਰਦਾ, ਮਾਲਕ ਦੀ ਸਿਫਤ ਕਰਦਾ ਠੇਪਿਆ। ਫਿਰ ਉਹਦੇ ਉੱਤੇ ਉਹ ਸਿਫਤ ਕਿਵੇਂ ਕਰ ਸਕਦਾ? ਕਿਉਂਕਿ ਉਹਦੇ ਉੱਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਗੁਰੂ ਦੀ ਮਿਹਰ ਹੁੰਦੀ ਹੈ। ਜੇ ਗੁਰੂ ਆਪਣੇ ਦਰੋਂ ਨੂੰ ਨਾਮ ਦੀਆਂ ਦਾਤਾਂ ਬਖਸ਼ਦਾ, ਗੁਰੂ ਸਿੱਖੀ ਜੀ ਉਹਨੂੰ ਬਖਸ਼ਿਸ਼ ਕਰਦਾ ਏ, ਗੁਰੂ ਦੇ ਲੜ ਲੱਗਦਾ ਏ, ਤੇ ਗੁਰੂ ਬਖਸ਼ਿਸ਼ ਕਰਕੇ ਗੁਰੂ ਸਵਾਰੇ ਫਿਰ ਉਹਨੂੰ ਉਹ ਤਰੀਕਾ ਦਾ ਜੁਗਤੀ ਦੱਸਦਾ ਕਿ ਸਿੱਖਾ ਆਹ ਜੁਗਤੀ ਹੈ, ਇਹਦੇ ਰਾਹੀਂ ਤੂੰ ਇਸ ਤਰ੍ਹਾਂ ਚੱਲਣਾ ਕਰ, ਇਸ ਤਰ੍ਹਾਂ ਨਾਮ ਬਾਣੀ ਦਾ ਅਭਿਆਸ ਕਰ, ਸ਼ਬਦ ਦਾ ਅਭਿਆਸ ਕਰ। ਜਿਉਂ-ਜਿਉਂ ਸ਼ਬਦ ਦਾ ਅਭਿਆਸ ਕਰਦਾ ਜਾਵੇਗਾ, ਤਿਉਂ-ਤਿਉਂ ਤੇਰੀ ਪਰਮਾਤਮਾ ਨਾਲ ਨੇੜਤਾ ਵੱਧਦੀ ਜਾਵੇਗੀ। ਫਿਰ ਗੁਰੂ ਸਵਾਰਿਓ ਇੰਜ ਫਿਰ ਗੁਰੂ ਦੀ ਕਿਰਪਾ ਦੇ ਨਾਲ ਹਰ ਕੀ ਸ਼ਰਨਾਈ, ਉਹ ਲਾਲਾ ਗੋਲਾ ਜਿਹੜਾ ਹੈ ਉਹ ਪ੍ਰਭੂ ਪਰਮਾਤਮਾ ਦੀ ਸ਼ਰਨ ਤੱਕ ਲੈਂਦਾ ਹੈ। ਹੁਣ ਸੇਵਕ ਦੀ ਪਰਿਭਾਸ਼ਾ ਜਦੋਂ ਆਪਾਂ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਹਾਂ, ਸੁਖਮਨੀ ਸਾਹਿਬ ਦੀ ਪਾਵਨ ਬਾਣੀ ਵਿੱਚ ਸਤਿਗੁਰੂ ਦੱਸਿਆ ਕਿ ਸੇਵਕ ਕੌਣ ਹੈ। ਪਾਤਸ਼ਾਹ ਜੀ ਦਾ ਫਰਮਾਨ ਕਹਿੰਦੇ ਨੇ, 20 ਬਿਸਵੇ ਜਾ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। 20 ਬਿਸਵੇ ਤੋਂ ਭਾਵ ਹੈ ਪੂਰਨ ਤੌਰ ਤੇ, ਪੂਰਨ ਤੌਰ ਤੇ ਉਸ ਮਾਲਕ ਦੇ ਪ੍ਰਤੀ, ਗੁਰੂ ਦੇ ਪ੍ਰਤੀ ਸੇਵਕ ਦਾ ਮਨ ਮੰਨ ਜਾਵੇ। ਤੇ ਆਮ ਤੌਰ ਤੇ ਗੁਰੂ ਸਵਾਰੇ ਆਪਾਂ ਸੰਸਾਰ ਵਿੱਚ ਦੇਖਦੇ ਹਾਂ, ਬਹੁਤ ਦਰ ਪੰਜਾਬ ਦੀ ਧਰਤੀ ਉੱਤੇ ਹੀ ਇੱਕ ਪਾਸੇ ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਮੰਨਦੇ ਹਾਂ, ਗੁਰੂ ਪਾਤਸ਼ਾਹ ਦੇ ਚਰਨ ਮੱਥਾ ਟੇਕਦੇ ਹਾਂ,
ਦੂਜੇ ਪਾਸੇ ਗੁਰੂ ਸਵਾਰੇ ਪੂਰਨ ਤੌਰ 'ਤੇ ਆਪਣਾ ਮਨ ਨਹੀਂ ਬਣਾਉਂਦੇ। ਦੂਜੇ ਪਾਸੇ ਆਪਾਂ ਹੋਰ ਥਾਵਾਂ 'ਤੇ ਜਾ ਕੇ ਵੀ, ਅਨਮਤੀਆਂ ਦੇ ਜਾ ਕੇ ਵੀ ਮੱਥਾ ਟੇਕਦੇ ਫਿਰਦੇ ਨੇ। ਇਹਦਾ ਮਤਲਬ ਕਿ ਸੇਵਕ ਆਪਣੇ ਆਪ ਨੂੰ ਕਹਾਉਂਦੇ ਨੇ ਪਰ ਸੇਵਕ ਬਣੇ ਨਹੀਂ ਹਨ। ਦੇਖੋ ਭਾਈ ਲਹਿਣਾ ਜੀ ਜਿਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਪਹੁੰਚੇ ਨਾ, ਆਪ ਜੀ ਸਾਰੇ ਇਤਿਹਾਸ ਤੋਂ ਭਲੀ ਭਾਤ ਜਾਣੂ। ਪਹਿਲਾਂ ਸੀ ਦੇਵੀ ਦੇ ਉਪਾਸ਼ਕ, ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਵਿੱਚ ਪਹੁੰਚੇ, ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆਏ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਆਪ ਅੱਗੇ ਲੈਣ ਗਏ ਨੇ। ਤੇ ਜਦੋਂ ਸਤਿਗੁਰੂ ਜੀ ਨੇ ਘੋੜੇ ਦੀ ਲਗਾਮ ਪਕੜੀ, ਇਤਿਹਾਸ ਆਪ ਜੀ ਨੇ ਕਈ ਵਾਰੀ ਸਰਵਣ ਕੀਤਾ ਹੈ, ਤੇ ਸਤਿਗੁਰੂ ਜੀ ਆਪ ਪੈਦਲ ਨੇ, ਭਾਈ ਲਹਿਣਾ ਜੀ ਘੋੜੀ ਉੱਤੇ ਹਨ। ਤੇ ਸਤਿਗੁਰੂ ਕਹਿਣ ਲੱਗੇ ਉਹ ਸਾਹਮਣੇ ਧਰਮਸ਼ਾਲ ਹੈ, ਇੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਹਿੰਦੇ ਨੇ। ਕਹਿੰਦੇ ਨੇ ਜਲ ਪਾਣੀ ਹੱਥ ਮੂੰਹ ਧੋਤਾ, 5 ਇਸ਼ਨਾਨਾ ਕੀਤਾ। ਜਦੋਂ ਅੰਦਰ ਗਿਆ ਕਿ ਦੇਖਦਾ ਸਤਿਗੁਰੂ ਉਹੀ ਗੁਰੂ ਨਾਨਕ, ਉਹੀ ਮਨੁੱਖ ਜਿਹੜਾ ਮੈਨੂੰ ਮੇਰੀ ਘੋੜੀ ਦੀ ਲਗਾਮ ਪਕੜ ਕੇ ਲੈ ਕੇ ਆਇਆ। ਤੇ ਪਾਤਸ਼ਾਹ ਨੂੰ ਕਹਿਣ ਲੱਗਿਆ, ਪਾਤਸ਼ਾਹ ਇਹ ਤਾਂ ਬਹੁਤ ਵੱਡੀ ਅਵਗਣ ਹੋ ਗਿਆ, ਮੇਰੇ ਤੋਂ ਪਾਪ ਹੋ ਕੇ ਆਏ। ਮੈਂ ਆਪ ਜੀ ਘੋੜੀ ਉੱਤੇ ਬੈਠਦੇ, ਮੈਂ ਲਗਾਮ ਪਕੜਦਾ। ਸੇਵਕ ਦਾ ਕੰਮ ਹੈ ਕਿ ਆਪਣੇ ਮਾਲਕ ਦੀ ਚਾਕਰੀ ਕਰਨੀ। ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ ਤੇਰਾ ਨਾਮ ਕੀ ਹੈ? ਕਹਿਣ ਲੱਗਿਆ ਮੇਰਾ ਨਾਮ ਹੈ ਲਹਿਣਾ। ਸਤਿਗੁਰੂ ਕਹਿਣ ਲੱਗੇ ਪਰ ਜਿਹੜੇ ਲੈਣ ਵਾਲੇ ਹੁੰਦੇ ਨਾ ਉਹ ਚੜ੍ਹ ਕੇ ਆਉਂਦੇ ਨੇ। ਨਾਲੇ ਸਤਿਗੁਰੂ ਨੇ ਵਚਨ ਕੀਤੇ ਨੇ ਤੇ ਨਾਲੇ ਗੁਰੂ ਸਵਾਰਿਓ ਕਿਰਪਾ ਦ੍ਰਿਸ਼ਟ ਅਵਲੋਕਨ ਕੀਨੋ, ਦਾਸ ਕਾ ਦੁਖ ਵਿਦਾਰਿਓ। ਮੇਰ ਭਰੀ ਨਿਗਾਹ ਨਾਲ ਤੱਕਿਆ ਤੇ ਭਾਈ ਲਹਿਣਾ ਜੀ ਗੁਰੂ ਨਾਨਕ ਦੇ ਬਣ ਕੇ ਰਹਿ ਗਏ। ਆਪਣੇ ਜਥੇ ਨੂੰ ਕਹਿ ਦਿੱਤਾ, ਸੰਗੀ ਸਾਥੀਆਂ ਨੂੰ ਜਾ ਕੇ ਮੈਸੇਜ ਲਾ ਦਿੱਤਾ ਕਿ ਮੈਨੂੰ ਮੇਰਾ ਗੁਰੂ ਮਿਲ ਗਿਆ, ਅਸਲੀ ਗੁਰੂ ਦੀ ਮੈਨੂੰ ਪ੍ਰਾਪਤੀ ਹੋ ਗਈ ਹੈ। ਤੁਸੀਂ ਦੇਵੀ ਦੇ ਦਰ 'ਤੇ ਜਾਣਾ, ਜਾਓ, ਤੁਹਾਨੂੰ ਮੁਬਾਰਕ। ਪਰ ਮੇਰੇ ਮਨ ਨੂੰ ਸਕੂਨ ਮਿਲ ਗਿਆ, ਸ਼ਾਂਤੀ ਮਿਲ ਗਈ ਹੈ, ਕਿਉਂਕਿ ਮੇਰਾ ਗੁਰੂ ਮੇਰੇ ਸਨਮੁਖ ਹੈ। ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾਂ ਸਾਹਮਣੇ। ਮੈਂ ਸਾਹਮਣੇ ਪ੍ਰਤਾ ਗੱਦੀ 'ਤੇ ਵਿਰਾਜਮਾਨ ਆਪਣੇ ਗੁਰੂ ਦੇ ਦੀਦਾਰ ਕਰ ਰਿਹਾ ਹਾਂ, ਇਸ ਕਰਕੇ ਮੈਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਹੈ। ਤੇ ਪ੍ਰਭੂ ਦਾ ਪਿਆਰਾ ਇਹੋ ਜਿਹਾ, ਸੋ 20 ਵਿਸਵੇ ਜਾ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਉਹ ਹੈ ਸੇਵਕ, ਉਹ ਹੈ ਦਾਸ, ਉਹ ਹੈ ਲਾਲਾ, ਉਹ ਹੈ ਗੋਲਾ, ਜਿਹਦਾ ਪੂਰਨ ਤੌਰ 'ਤੇ ਆਪਣੇ ਗੁਰੂ ਦੇ ਪ੍ਰਤੀ ਮਨ ਮੰਨਿਆ ਹੋਵੇ, ਮਨ ਕਰਕੇ ਜਿਹੜਾ ਗੁਰੂ ਨਾਲ ਜੁੜ ਗਿਆ ਹੋਵੇ। ਗੱਲ ਸਾਰੀ ਖੇਡ ਮਨ ਦੀ ਹੈ। ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਸਾਨੂੰ ਮਨ ਕੇਂਦਰਿਤ ਕਰਨਾ ਪਵੇਗਾ। ਸਾਹਿਬਾਂ ਦੀ ਬਾਣੀ ਨੂੰ ਪੜ੍ਹਨ ਦੇ ਲਈ ਸਾਨੂੰ ਮਨ ਬਾਣੀ ਵਿੱਚ ਖਿਭਾਉਣਾ ਪਵੇਗਾ। ਜਦੋਂ ਮਨ ਬਾਣੀ ਵਿੱਚ ਨਹੀਂ ਖਿਭਾਉਂਦੇ ਉਹ ਤਾਂ ਆਪਾਂ ਕਿਰਪਾ ਦੇ ਪਾਤਰ ਨਹੀਂ ਬਣਾ। ਹਾਂ, ਵੱਖਰੀ ਗੱਲ ਹੈ ਕਿ ਜਿੰਨਾ ਸਮਾਂ ਆਪਾਂ ਗੁਟਕਾ ਸਾਹਿਬ ਲੈ ਕੇ ਬਾਣੀ ਪੜ੍ਹ ਰਹੇ ਹਾਂ, ਪੋਥੀ ਪ੍ਰਕਾਸ਼ ਕੀਤੀ ਹੈ ਬਾਣੀ, ਉਨਾ ਸਮਾਂ ਸਾਡਾ ਸਫਲਾ ਜ਼ਰੂਰ ਹੋ ਰਿਹਾ ਹੈ, ਸਮਾਂ ਸਫਲਾ ਜ਼ਰੂਰ ਹੋ ਰਿਹਾ ਹੈ। ਪਰ ਜਦੋਂ ਕਿਰਪਾ ਹੋਣੀ ਹੈ, ਕਿਰਪਾ ਉਦੋਂ ਹੋਣੀ ਹੈ ਜਦੋਂ ਅਸੀਂ ਬਿਲਕੁਲ ਗੁਰੂ ਆਪਣੇ ਮਨ ਨੂੰ ਬਾਣੀ ਵਿੱਚ ਖਿਭੋ ਲਿਆ। ਅਤੇ ਬਾਣੀ ਵਿੱਚ ਮਨ ਨੂੰ ਖਿਭਾਉਣ ਦਾ ਇੱਕੋ ਇੱਕ ਤਰੀਕਾ ਹੈ, ਕਿਉਂਕਿ ਆਪਾਂ ਬਹੁਤ ਤਾਦਾਦ ਵਿੱਚ ਪੜ੍ਹਨ ਤੱਕ ਸੀਮਤ ਹਾਂ, ਆਪਾਂ ਸੁਣਦੇ ਨਹੀਂ ਹਾਂ। ਪੜ੍ਹਦੇ ਜ਼ਰੂਰ ਆ, ਸੁਣਦੇ ਨਹੀਂ ਆ। ਪਹਿਲਾਂ ਵੀ ਦਾਸ ਨੇ ਕਈ ਵਾਰੀ ਬੇਨਤੀ ਕੀਤੀ ਹੈ ਕਿ ਜਦੋਂ ਆਪਾਂ ਪਾਵਨ ਬਾਣੀ ਜਪਜੀ ਸਾਹਿਬ ਦੀ ਪਾਵਨ ਬਾਣੀ ਪੜ੍ਹ ਰਹੇ ਹਾਂ, ਜਾਪ ਸਾਹਿਬ ਪੜ੍ਹ ਰਹੇ ਹਾਂ, ਤਵੈ ਪ੍ਰਸਾਦ ਸਵਈਏ ਪੜ੍ਹ ਰਹੇ ਹਾਂ, ਕਬਿਓ ਬਾਚ ਬੇਨਤੀ ਚੌਪਈ ਪੜ੍ਹਦੇ ਹਾਂ, ਆਨੰਦ ਸਾਹਿਬ ਪੜ੍ਹਦੇ ਹਾਂ, ਪਰ ਜਿੰਨੀ ਵੀ ਆਪਾਂ ਬਾਣੀ ਪੜ੍ਹਦੇ ਹਾਂ ਆਪਣੀ ਰਸਨਾ ਨਾਲ ਮੁੱਖੋਂ ਬਾਣੀ ਬੋਲੋ ਧੀਮੀ ਆਵਾਜ਼ ਵਿੱਚ, ਅਤੇ ਕੰਨਾਂ ਦੇ ਨਾਲ ਉਸ ਬਾਣੀ ਦੀ ਧੁਨ ਨੂੰ ਸੁਣਨਾ ਕਰੋ। ਕਿਉਂਕਿ ਮਨ ਨੂੰ ਬਾਹਰ ਨਿਕਲਣ ਦੇ 2 ਰਾਹ ਨੇ, ਇੱਕ ਤਾਂ ਸਾਡੇ ਨੇਤਰ ਹੋ ਗਏ, ਇੱਕ ਗੁਰੂ ਸਵਾਰੇ ਸਾਡੇ ਕੰਨ ਹੋ ਗਏ, ਤੀਜਾ ਮੁੱਖ ਹੈ। ਮੁੱਖ ਦੇ ਰਾਹੀਂ ਅਸੀਂ ਬਾਣੀ ਪੜ੍ਹ ਰਹੇ ਹਾਂ ਅਤੇ ਮੁੱਖ ਦੇ ਰਾਹੀਂ ਤਾਂ ਮਨ ਬਾਹਰ ਨਹੀਂ ਨਿਕਲ ਸਕਦਾ, ਅਤੇ ਮਨ ਨਾਲ ਨਿਕਲਣਾ ਫਿਰ ਕੰਨਾਂ ਵੱਲੋਂ ਜਾਂ ਅੱਖਾਂ ਦੇ ਰਾਹੀਂ। ਬਾਣੀ ਪੜ੍ਹਦਿਆਂ ਸਮੇਂ ਇੱਕ ਇੱਧਰ ਉੱਧਰ ਧਿਆਨ ਰੱਖਣਾ ਕਿ ਉਹ ਫਲਾਣੀ ਕਿਹੜਾ ਮੱਥਾ ਟੇਕਣ ਆਇਆ, ਕਿਹੜਾ ਚਲਿਆ ਗਿਆ,
ਕੀ ਹੋ ਰਿਹਾ ਹੈ, ਇੱਧਰ ਧਿਆਨ ਰੱਖਣਾ। ਸੇਵਾਦਾਰ ਕੀ ਕਰ ਰਿਹਾ, ਗ੍ਰੰਥੀ ਕੀ ਕਰ ਰਿਹਾ, ਪਹਿਰੇਦਾਰ ਕੀ ਕਰ ਰਿਹਾ, ਇੱਧਰਲੇ ਪਾਸੇ ਧਿਆਨ ਰੱਖਣਾ। ਇਹਦਾ ਮਤਲਬ ਕੀ ਹੈ, ਆਇਆ ਗੁਰੂ ਘਰ ਵੇਖੇ ਪਰ ਮਨ ਜਿਹੜਾ ਹੈ ਇੱਧਰ ਦਸਾਂ ਦਿਸ਼ਾ ਵੱਲ ਮਨ ਦੌੜਿਆ ਭੱਜਿਆ ਫਿਰਦਾ ਹੈ। ਜਿਨ੍ਹਾਂ ਨੇ ਗੁਰੂ ਸਰ ਆਪਣਾ ਮਨ ਗੁਰੂ ਨੂੰ ਅਰਪਣ ਕਰ ਦਿੱਤਾ ਤੇ ਉਹ ਫਿਰ ਗੁਰੂ ਸਵਾਰੇ ਉਹ ਨਹੀਂ ਦੇਖਦੇ, ਪਾਛੈ ਪਾਉ ਨਾ ਦੀਜੀਐ, ਆਗਿਆ ਹੋਏ ਸੋ ਹੋਏ। ਉਹ ਇੱਧਰ ਉੱਧਰ ਨਹੀਂ ਦੇਖਦੇ, ਫਿਰ ਉਹ ਤਾਂ ਕੇਵਲ ਗੁਰੂ ਨੂੰ ਸਮਰਪਿਤ, ਗੁਰੂ ਸਾਹਿਬਾਨ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ। ਸੋ ਮਨ ਨੂੰ ਨਿਕਲਣ ਦੇ ਦੋ ਰਾਹ ਨੇ, ਇੱਕ ਸਾਡੇ ਕੰਨ ਤੇ ਦੂਜੇ ਸਾਡੇ ਨੇਤਰ। ਜਦੋਂ ਅੱਖਾਂ ਦੇ ਰਾਹੀਂ ਗੁਰੂ ਸਰ ਆਪਾਂ ਗੁਰੂ ਸਾਹਿਬਾਨ ਦੀ ਬਾਣੀ ਦੇ ਦਰਸ਼ਨ ਕਰਨ ਲੱਗ ਪਏ, ਅੱਖਾਂ ਰਾਹੀਂ ਬਾਣੀ ਨੂੰ ਦੇਖ ਰਹੇ ਹਾਂ ਤੇ ਮਨ ਕਿਵੇਂ ਨਿਕਲ ਜਾਵੇਗਾ। ਕੰਨਾਂ ਰਾਹੀਂ ਅਸੀਂ ਬਾਣੀ ਦੀ ਜਿਹੜੀ ਧੁਨੀ ਹੈ ਉਸ ਆਵਾਜ਼ ਨੂੰ ਆਪਾਂ ਸੁਣ ਰਹੇ ਹਾਂ ਤੇ ਮਨ ਫਿਰ ਹੌਲੀ ਹੌਲੀ ਗੁਰੂ ਸਰ ਜਿਹੜਾ ਬਾਹਰ ਭੱਜਦਾ ਸੀ ਨਾ, ਉਹਨੇ ਹਮਲਾ ਕਰਨਾ, ਬਾਹਰ ਭੱਜਣ ਦੀ ਕੋਸ਼ਿਸ਼ ਕਰਨੀ ਹੈ ਤੇ ਹੌਲੀ ਹੌਲੀ ਫਿਰ ਉਸ ਮਨ ਨੇ ਥੱਕ ਕੇ ਹਾਰ ਕੇ ਬੈਠ ਜਾਣਾ ਕਿ ਨਹੀਂ, ਇੱਥੋਂ ਨਿਕਲਣਾ ਮੈਨੂੰ ਬੜਾ ਔਖਾ ਹੈ। ਫਿਰ ਮਨ ਕੇਂਦਰਿਤ ਹੋ ਜਾਵੇਗਾ। ਫਿਰ ਉਸ ਪਿਆਰੇ ਬਾਬਾ ਸਤਿਗੁਰੂ ਕਹਿੰਦੇ ਨੇ, ਮਨ ਵੇਚੇ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਉਹ ਸੇਵਕ ਦੇ ਫਿਰ ਸਾਰੇ ਕਾਰਜ ਰਾਸ ਹੋ ਜਾਂਦੇ ਨੇ। ਉਹ ਗੁਰੂ ਦੇ ਦਰ 'ਤੇ ਪ੍ਰਵਾਨ ਹੁੰਦਾ ਹੈ ਤੇ ਉਸ ਉਹਦਾ ਫਿਰ 20 ਵਿਸਵੇ ਜਾ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਫਿਰ ਉਹ ਸੇਵਕ ਹੈ ਤੇ ਉਹ ਗੁਰੂ ਸਵਾਰੇ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਭੇਦ ਹੁੰਦਾ, ਲੀਨ ਹੁੰਦਾ ਹੈ। ਉਹ ਮਾਲਕ ਪ੍ਰਭੂ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ। ਸੋ ਸਤਿਗੁਰੂ ਇੱਥੇ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ, ਲਾਲੈ ਹੁਕਮ ਪਛਾਣਿਆ ਸਦਾ ਰਹਿ ਸਰਨਾਈ। ਜਿਹੜਾ ਪ੍ਰਭੂ ਦਾ ਪਿਆਰਾ ਲਾਲਾ ਨਾ ਸੇਵਕ ਹੈ, ਉਹਨੇ ਪ੍ਰਭੂ ਦੇ ਹੁਕਮ ਨੂੰ ਪਛਾਣਨਾ ਕੀਤਾ। ਉਹ ਉਸ ਮਾਲਕ ਦੇ ਹੁਕਮ ਦੇ ਵਿੱਚ ਹੀ ਰਹਿੰਦਾ ਹੈ ਤੇ ਉਹ ਗੁਰੂ ਦੀ ਪ੍ਰਸਾਦ ਕਿਰਪਾ ਸਦਕਾ ਵਿਕਾਰਾਂ ਵੱਲੋਂ ਗੁਰੂ ਬਚ ਜਾਂਦੇ ਨੇ। ਉਹਨਾਂ ਦਾ ਬਚਾਅ ਹੁੰਦਾ, ਉਹ ਤਰ ਜਾਂਦੇ ਹਨ। ਉਹਨਾਂ ਨੇ ਇਸ ਤਰ੍ਹਾਂ ਹਰੀ ਦੀ ਸ਼ਰਨ ਤੱਕੀ ਹੁੰਦੀ ਹੈ ਤੇ ਉਹਨਾਂ ਉੱਤੇ ਗੁਰੂ ਦੀ ਐਡੀ ਵੱਡੀ ਬਖਸ਼ਿਸ਼ ਹੁੰਦੀ ਹੈ। ਇਸ ਤਰ੍ਹਾਂ ਫਿਰ ਉਹ ਮੁਕਤ ਹੋ ਜਾਂਦੇ ਹਨ। ਸੋ ਸਤਿਗੁਰੂ ਜੀ ਰੰਭਤਾ ਵਿੱਚ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਜੀ ਕਿਰਪਾ ਕਰਦੇ ਹਨ। ਲਾਲੈ ਗਰਭ ਛੋਡਿਆ, ਗੁਰ ਕੈ ਪੈ ਸਹਿਜ ਸੁਭਾਈ। ਸਤਿਗੁਰੂ ਜੀ ਕਹਿੰਦੇ ਨੇ, ਸਭ ਤੋਂ ਵੱਡੀ ਗੱਲ ਕਿ ਭਾਈ ਜਿਹੜਾ ਪ੍ਰਭੂ ਦਾ ਪਿਆਰਾ ਲਾਲਾ ਹੈ, ਗੋਲਾ ਸੇਵਕ ਹੈ, ਕਹਿੰਦੇ ਉਹਨੇ ਆਪਣੇ ਮਨ ਵਿੱਚੋਂ ਗਰਭ ਹੰਕਾਰ ਛੱਡਿਆ ਹੋਇਆ ਤੇ ਗੁਰ ਕੈ ਭੈ ਸਹਿਜ ਸੁਭਾਈ। ਉਹ ਗੁਰੂ ਦੇ ਭੈ ਵਿੱਚ ਆਪਣੇ ਜੀਵਨ ਨੂੰ ਬਤੀਤ ਕਰਦਾ ਤੇ ਇਸ ਤਰ੍ਹਾਂ ਫਿਰ ਗੁਰੂ ਸਵਾਰੇ ਉਹਨਾਂ ਨੂੰ ਸਹਿਜ ਵਾਲੀ ਅਵਸਥਾ ਸੁਤੇ ਸਿੱਧੀ ਫਿਰ ਪ੍ਰਾਪਤ ਹੋ ਜਾਂਦੀ ਹੈ। ਹੁਣ ਸਭ ਤੋਂ ਵੱਡੀ ਗੱਲ ਹੈ ਗਰਭ ਹੰਕਾਰ ਨੂੰ ਤਿਆਗਣਾ। ਹੰਕਾਰ ਹੀ ਗੁਰੂ ਸਵਾਰੇ ਸਾਡਾ ਉਸ ਪਰਮੇਸ਼ਰ ਨਾਲ ਸਾਡੀ ਵਿੱਥ ਬਣਾਉਣ ਵਾਲਾ ਹੈ। ਗੁਰਬਾਣੀ ਵਿੱਚ ਪਾਤਸ਼ਾਹ ਜੀ ਬਚਨ ਕਰਦੇ ਨੇ, ਜਿਸ ਗਰਭ ਨੂੰ ਹੰਕਾਰ ਵੀ ਆਖਿਆ, ਹਉਮੈ ਵੀ ਆਖਣਾ ਕੀਤਾ ਹੈ, ਮਾਣ ਵੀ ਆਖਣਾ ਕੀਤਾ ਹੈ। ਇਹ ਸਾਰੇ ਸ਼ਬਦ ਵੱਖਰੇ ਵੱਖਰੇ ਨੇ ਪਰ ਹੈ ਇੱਕ ਹੈ। ਗਰਭ ਕਹਿ ਲਓ, ਹੰਕਾਰ ਕਹਿ ਲਵੋ ਤੇ ਗੁਰਮਾਨ ਕਹਿ ਲਵੋ, ਇਹ ਇੱਕ ਸ਼ਬਦ ਦੇ ਵੱਖਰੇ ਵੱਖਰੇ ਨਾਮ ਨੇ। ਮਨੁੱਖ ਨੂੰ ਆਪਣੇ ਗੁਣਾਂ ਦਾ ਮਾਣ ਹੋ ਜਾਂਦਾ। ਕਿਸੇ ਨੂੰ 4 ਕਿਤਾਬਾਂ ਕੋ ਪੜ੍ਹ ਲੈ, ਵਿਦਵਾਨ ਬਣ ਜਾਵੇ, ਉਹ ਕਹਿੰਦਾ ਮੇਰੇ ਜੈਸਾ ਕੋਈ ਵੱਡਾ ਵਿਦਵਾਨ ਨਹੀਂ ਹੈ। ਤੇ ਇਸ ਤਰ੍ਹਾਂ ਗੁਰੂ ਸਵਾਰਿਓ ਕਿਸੇ ਕੋਲ ਸਿਆਣਪ ਆ ਜਾਵੇ, ਚੰਗੀ ਸੂਝ-ਬੁਝ ਅਕਲ ਦਾ ਦਾਨੀ ਹੋਵੇ, ਤੇ ਉਹ ਕਹਿੰਦਾ ਮੇਰੇ ਜੈਸਾ ਕੋਈ ਸਿਆਣਾ ਨਹੀਂ ਹੈ ਤੇ ਮੈਂ ਬੜਾ ਸੂਝਵਾਨ ਹਾਂ। ਕਿਸੇ ਨੂੰ ਆਪਣੀ ਧਨ ਸੰਪਦਾ ਦਾ ਮਾਣ, ਕਿਸੇ ਨੂੰ ਜਵਾਨੀ ਦਾ ਮਾਣ ਹੈ, ਕਿਸੇ ਨੂੰ ਆਪਣੇ ਗੁਣਾਂ ਦਾ ਮਾਣ ਹੈ, ਕਿਸੇ ਨੂੰ ਕਿਸ ਦਾ ਮਾਣ, ਕਿਸੇ ਨੂੰ ਕਿਸ ਦਾ ਮਾਣ। ਇਸ ਤਰ੍ਹਾਂ ਮਨੁੱਖ ਹਰ ਸਮੇਂ ਹੰਕਾਰ ਦੇ ਵਿੱਚ ਹੀ, ਮਾਣ ਦੇ ਵਿੱਚ ਡੁੱਬਿਆ ਫਿਰਦਾ ਹੈ।
तो गुरु साहबान जी बख्शिश करते हैं कि जी ये हुम है ना माण, देखो दो शब्द ने, नाम नूं भी नन्ने नूं कन्ना ते मम्मा नाम बनदा, ते मम्मे नूं कन्ना ते नन्ना माण बन गया। तो जदों आपां नाम बाणी का अभ्यास करना, असीं मम्मे नूं पिछे लाना है, नन्ना अगे लाना, नाम नूं मुख रखना। पर आपां करदे की आ, बाणी पढ़ ली, सिमरन कर लिया, तो अगे मम्मा आप अगे लाने, मान करते हैं कि मैं बाणी पढ़ी है, मैं सिमरन किया है, मैं गुरुद्वारा साहिब नितापति मत्था टेकदा हाँ। आप जे मान 1 महीना 2 महीने गुरु घर आन लग पे ना, जे गुआढ़ी नहीं आता तो अपने गुआढ़ियों तो बड़ा उच्चा सुच्चा मानता कि मैं तो नितापति गुरु, ये तो मत्था टेकन भी नहीं जाते हैं, मैं सियाणा, मैं तो मटाणी है। जो तक अंदर मैं है तो उदों तक तो गुरु सरे गुरु की बख्शिश नहीं होनी है। मैनू त्यागना, मैं उदों त्यागी जानी है जो आपां गुरु की मत अनुसार बिल्कुल अपने जीवन बतीत करांगे। सतगुरु ने अपने सिखां दी मैं नूं खत्म किया है। जे भुल भुलेखे सिखां दे मन च थोड़ा बहुता मान भी आ गया ना, तो गुरु साहब ने जद ही उस समय खत्म कर दिता। भाई नंद लाल जी बात आप जी ने कई बार श्रवण किया है। गुरु का सिख भाई नंद लाल सिंह जिहड़ा 52 कवियों विचों मुख कवि सी, मुख कवि। निता प्रति उहदा नितनेम है कि अमृत वेले उठना, पहर रात रहिंदी तो इशनान करना, इशनान करके पहला गुरु कलगीधर पातशाह महाराज के दर्शन दीदारे करने, फिर गुरु सरे जल पानी छकना, फिर होर कार करनी, सेवा करनी, फिर अपनियां कवितावां लिखणियां। ये भाई नंद लाल नित दी करिया सी। हुण मन विच एक दिन मान आ गया कि मेरे जैसा कोई सिख नहीं, थोड़ा जिहा मान, बहुता नहीं, कि मैं गुरु मेरे जैसा कोई सिख नहीं। मैं निता प्रति गुरु के दीदार करदा, निता प्रति सतगुर की शरण में पहुँचदा हाँ। पहला मैं सतगुर के दीदार करदा, फिर जल पानी छकदा। हुण सतगुर का फरमान है कि हरजू हंकार ना भावे वेद कूक सुनावे। तो सतगुर ने देखिया कि है मेरा सिदकी सिख, नाम रसीआ, बाणी पढ़न वाला, सिफत करन वाला, पर सिख का मान दूर करना। तो कलगीधर पातशाह महाराज ने परचा पा दिता। परचा की पाया, सतगुरु कहन लगे भाई नंद लाल सिंह जी, साडा एक कारज है, ये कारज तुसां करना है। भाई नंद लाल सिंह बड़े खुश होए कि गुरु पातशाह ने मैनू कारज सौंपिया। मैं सतगुरु की निगाह में हाँ, जिस कर गुरु पातशाह ने मैंने एक काम आखिया, तो गुरु का हुक्म मनना सिख लई अति जरूरी है। सतगुरु जी हुक्म कर दसो आप जी का की काम है। दास हाजिर है। सतगुरु पातशाह कहन लगे भाई नंद लाल सिंह, फलाने नगर में जाना, उत्थे जाके फलाने मनुख नूं मिलना है, तो फिर वापस मुड़ के आना है। पर एक गल याद रखनी है कि अमृत वेले पहर रात रहिंदी तो चले जाना, तो शामां तक वापस मुड़ के आना है। सतवचन जी हुण भाई नंद लाल सिंह जी सतवचन कह के कमरे में आए, तैयारी कर ली सारी। जदों ये समा याद किया कि किहड़ा समा सतगुर जान लई आखना कि पहर रात रहिंदी तो, कि पहर रात रहिंदी दा समा तां ओह है कि जदों मैं गुरु कलगीधर पातशाह दे पहला दर्शन दीदारे करदा, मैं गुरु पातशाह दे दर्शन दीदारे करदा, फिर मैं जल पानी छकदा। जे मैं हुण इन्ना सतगुर दे दर्शन दीदारे कीते बिना चलिया गया, मेरा नित दा नियम टुटदा है। जे मैं चलिया कि जल पानी नहीं छकिया, आके गुरु साहबान दर्शन दीदारे करांगा, तो इन्ना समा लम्मा समा पैंडा तय करना है, तो रास्ते प्यास भी लगेगी, भुख भी लगेगी, तो इन्ना समा इन्ना पैंडा मैं किवें तय करांगा। फिर विचार करता कोई गल नहीं, चलो गुरु कलगीधर पातशाह महाराज के चरणों च मैं अरदास सवेरे अमृत वेले जाके
ਬੂਹਾ ਖੜਕਾਵਾਂਗਾ ਤੇ ਸਤਿਗੁਰ ਦਰਸ਼ਨ ਦਿਦਾਰੇ ਕਰ ਲਵਾਂਗਾ। ਹੁਣ ਗੁਰੂ ਸਵਾਰਿਓ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ। ਭਾਈ ਨੰਦ ਲਾਲ ਸਿੰਘ ਜੀ ਨੇ ਇਸ਼ਨਾਨ ਕੀਤਾ, ਤਿਆਰ ਬਰ ਤਿਆਰ ਹੋਏ ਨੇ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਜਿੱਥੇ ਅੱਜ ਗੁਰਦੁਆਰਾ ਗੁਰੂ ਕੇ ਮਹਿਲ ਹੈ, ਜਿਹਨੂੰ ਭੋਰਾ ਸਾਹਿਬ ਵੀ ਆਖਿਆ ਜਾਂਦਾ ਜੀ, ਜਿੱਥੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜਿੱਥੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਹੈ ਨਾ, ਸ਼ੀਸ਼ਗੰਜ ਸਾਹਿਬ ਦੇ ਬਿਲਕੁਲ ਸਾਹਮਣੇ ਭੋਰਾ ਸਾਹਿਬ, ਜਿਹਨੂੰ ਗੁਰੂ ਕੇ ਮਹਿਲ, ਜਿਹੜਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣੇ ਰਹਿਣ ਲਈ ਘਰ ਬਣਾਉਣਾ ਕੀਤਾ ਸੀ। ਜਦੋਂ ਅਨੰਦਪੁਰ ਸਾਹਿਬ ਨਗਰੀ ਵਸਾਈ ਸੀ ਨਾ, ਨਗਰ ਸਤਿਗੁਰੂ ਨੇ ਵਸਾਉਣਾ ਸ਼ੁਰੂ ਕੀਤਾ ਸੀ, ਇਹ ਆਪਣਾ ਘਰ ਬਣਾਇਆ ਸੀ ਪਾਤਸ਼ਾਹ ਨੇ। ਇੱਥੇ ਹੀ ਇਹ ਕਸ਼ਮੀਰੀ ਪੰਡਤਾਂ ਵਫਦ ਚੱਲ ਕੇ ਆਇਆ ਸੀ। ਇੱਥੇ ਹੀ ਬਾਲ ਗੋਬਿੰਦ ਰਾਏ ਨੇ ਆਖਿਆ ਸੀ ਕਿ ਪਿਤਾ ਗੁਰੂ ਜੀ, ਆਪ ਜੀ ਇਹਨਾਂ ਦੇ ਧਰਮ ਲਈ ਆਪਣੀ ਸੀਸ ਦੀ ਕੁਰਬਾਨੀ ਦੇਣਾ ਕਰੋ। ਤੇ ਸਤਿਗੁਰੂ ਉਸ ਮਹਿਲਾਂ ਵਿੱਚ ਬਿਰਾਜਮਾਨ ਨੇ। ਭਾਈ ਨੰਦ ਲਾਲ ਸਿੰਘ ਜੀ ਪਹੁੰਚੇ, ਜਾ ਕੇ ਦਰਵਾਜ਼ਾ ਖੜਕਾ ਦਿੱਤਾ। ਦਰਵਾਜ਼ਾ ਖੜਕਾਇਆ, ਅੰਦਰੋਂ ਆਵਾਜ਼ ਆਈ ਹੈ, ਕੌਣ ਹੈ? ਤੇ ਭਾਈ ਨੰਦ ਲਾਲ ਸਿੰਘ ਜੀ ਕਹਿਣ ਲੱਗੇ, ਪਾਤਸ਼ਾਹ ਮੈਂ ਨੰਦ ਲਾਲ ਸਿੰਘ। ਕਲਗੀਧਰ ਪਾਤਸ਼ਾਹ ਛੇ ਚੁੱਪ ਦਾ ਸਨਾਟਾ ਛਾ ਗਿਆ। ਥੋੜੀ ਦੇਰ ਬਾਅਦ ਫਿਰ ਦਰਵਾਜ਼ਾ ਖੜਕਾਇਆ, ਕੌਣ ਹੈ? ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਂ ਨੰਦ ਲਾਲ ਸਿੰਘ। ਸਤਿਗੁਰੂ ਜੀ ਨੇ ਅੱਗੋਂ ਉੱਤਰ ਦੇਣਾ ਕੀਤਾ, ਕਿਹੜੇ ਨੰਦ ਲਾਲ ਦੀ ਗੱਲ ਕਰਦੇ ਹੋ? ਸਾਡੇ ਤਾਂ ਅਲੱਖਾਂ ਹੀ ਆਨੰਦ ਲਾਲ ਸਿੰਘ ਇੱਥੇ ਨੇ। ਹੁਣ ਜਦੋਂ ਸਤਿਗੁਰ ਦੇ ਇਹ ਬਚਨ ਸੁਣੇ, ਭਾਈ ਨੰਦ ਲਾਲ ਦੇ ਨੇਤਰਾਂ ਵਿੱਚ ਹੰਝੂ ਡਿੱਗਣ ਲੱਗ ਪਏ। ਇਹ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ, ਮੇਰੇ ਤਾਂ ਲੱਖਾਂ ਹੀ ਇੱਥੇ ਨੰਦ ਲਾਲ ਨੇ, ਤੁਸੀਂ ਕਿਹੜੇ ਨੰਦ ਲਾਲ ਦੀ ਗੱਲ ਕਰਦੇ ਹੋ? ਹੁਣ ਤੀਜੀ ਵਾਰੀ ਦਰਵਾਜ਼ਾ ਖੜਕਾਇਆ, ਹੋਕੇ ਲੈ ਰਹੇ ਨੇ, ਬਰਾਗ ਦੇ ਵਿੱਚ ਆ ਗਏ ਨੇ। ਦਰਵਾਜ਼ਾ ਖੜਕਾਇਆ, ਅੰਦਰੋਂ ਆਵਾਜ਼ ਆਈ ਹੈ, ਕੌਣ ਜੇ? ਤੇ ਅੱਗੋਂ ਗੁਰੂ ਸਵਾਰੇ ਗੁਰੂ ਅੱਗੇ ਇਹ ਭਾਈ ਨੰਦ ਲਾਲ ਸਿੰਘ ਕਹਿਣ ਲੱਗਿਆ ਕਿ ਸੱਚੇ ਪਾਤਸ਼ਾਹ ਮੈਨੂੰ ਨਹੀਂ ਪਤਾ ਮੈਂ ਕੌਣ ਹਾਂ, ਮੈਨੂੰ ਇੰਨਾ ਪਤਾ ਕਿ ਆਪ ਜੀ ਮੇਰੇ ਗੁਰੂ ਹੋ ਤੇ ਮੈਂ ਤੁਹਾਡਾ ਸਿੱਖ ਹਾਂ ਤੇ ਤੁਸੀਂ ਮੈਨੂੰ ਕਾਰਜ ਸੌਂਪਿਆ ਹੈ। ਮੈਂ ਕਿਸੇ ਕਾਰਜ ਨੂੰ ਕਰਨ ਲਈ ਬਾਹਰ ਜਾਣਾ, ਤੁਹਾਡੇ ਦਰਸ਼ਨ ਦੀਦਾਰੇ ਕਰਨੇ, ਫਿਰ ਅੱਗੇ ਚਾਲੇ ਪਾਉਣੇ ਨੇ, ਤੇ ਮੈਨੂੰ ਨਹੀਂ ਪਤਾ ਮੈਂ ਕੌਣ ਹਾਂ। ਜਦੋਂ ਇਹ ਆਖਿਆ ਤੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਦਰਵਾਜ਼ਾ ਖੋਲ੍ਹ ਦਿੱਤਾ। ਦਰਵਾਜ਼ਾ ਖੋਲ੍ਹਿਆ ਤੇ ਭਾਈ ਨੰਦ ਲਾਲ ਨੇ ਸਤਿਗੁਰਾਂ ਦੇ ਚਰਨ ਪਕੜ ਲਏ। ਸਤਿਗੁਰੂ ਜੀ ਦੇ ਚਰਨ ਆਪਣੇ ਹੰਝੂਆਂ ਨਾਲ ਧੋ ਦਿੱਤੇ। ਧੰਨ ਦਸ਼ਮੇਸ਼ ਪਿਤਾ ਮਹਾਰਾਜ ਨੇ ਭਾਈ ਨੰਦ ਲਾਲ ਸਿੰਘ ਨੂੰ ਮੋਢਿਆਂ ਤੋਂ ਪਕੜਿਆ ਤੇ ਗਲ ਬੱਕੜੀ ਵਿੱਚ ਲੈ ਲਿਆ। ਕਹਿਣ ਲੱਗੇ, ਬਸ ਸਾਨੂੰ ਇਹੋ ਜਿਹਾ ਨੰਦ ਲਾਲ ਚਾਹੀਦਾ, ਇਹੋ ਜਿਹਾ ਨੰਦ ਲਾਲ ਚਾਹੀਦਾ। ਕਹਿੰਦੇ ਜਿਹੜਾ ਕੱਲ੍ਹ ਨੰਦ ਲਾਲ ਸੀ ਨਾ, ਉਹ ਨਹੀਂ ਚਾਹੀਦਾ। ਭਾਈ ਨੰਦ ਲਾਲ ਸਿੰਘ ਜੀ, ਤੁਹਾਡੇ ਵਿੱਚ ਤੁਸੀਂ ਸਾਡੇ ਨਾਲ ਅਥਾਹ ਪ੍ਰੇਮ ਕਰਦੇ ਹੋ, ਪਰ ਥੋੜ੍ਹਾ ਜਿਹਾ ਤੁਹਾਨੂੰ ਮਾਣ ਆ ਗਿਆ ਸੀ ਕਿ ਮੇਰੇ ਜੈਸਾ ਕੋਈ ਸਿੱਖ ਨਹੀਂ, ਮੈਂ ਨਿਤਾਪਤੀ ਗੁਰੂ ਦੇ ਦੀਦਾਰ ਕਰਦਾ, ਫਿਰ ਮੈਂ ਜਲ ਪਾਣੀ ਛਕਦਾ। ਤੁਹਾਡਾ ਇਹ ਥੋੜ੍ਹਾ ਜਿਹਾ ਮਾਣ ਦੂਰ ਕਰਨ ਦੇ ਲਈ ਇਹ ਕੌਤਕ ਵਰਤਾਇਆ ਸੀ। ਕੋਈ ਸਾਡਾ ਕਾਰਜ ਨਹੀਂ, ਅਸੀਂ ਤੁਹਾਨੂੰ ਕਿਤੇ ਨਹੀਂ ਭੇਜਣਾ ਏ। ਤੇ ਗੁਰੂ ਸਰੇ ਭਾਈ ਨੰਦ ਲਾਲ ਜੀ ਗਦਗਦ ਹੋ ਗਏ। ਉਹ ਭਾਈ ਨੰਦ ਲਾਲ ਜਿਹੜਾ ਗੁਰੂ ਸਵਾਰ ਜੀ ਨੇ ਸਤਿਗੁਰਾਂ ਦੀ ਸਿਫਤ ਸਲਾਹ ਵਿੱਚ ਬੜੀਆਂ ਕਵਿਤਾਵਾਂ ਲਿਖਣਾ ਕਿ ਜ਼ਿੰਦਗੀ ਨਾਮਾ, ਅਤੇ ਇਸ ਤਰ੍ਹਾਂ ਗੁਰੂ ਸਵਾਰ ਜਿਹਦੇ ਵਿੱਚ ਸਤਿਗੁਰੂ ਪਾਤਸ਼ਾਹ ਦੀ ਸਿਫਤ ਕੀਤੀ ਗਈ, ਵਡਿਆਈ ਕੀਤੀ ਗਈ ਹੈ, ਬੰਦਗੀ ਨਾਮਾ, ਜ਼ਿੰਦਗੀ ਨਾਮਾ। ਅਤੇ ਗੁਰੂ ਸਵਾਰਿਓ ਭਾਈ ਨੰਦ ਲਾਲ ਦੀਆਂ ਗਜ਼ਲਾਂ ਜਿਹਦੇ 'ਚ ਪੜ੍ਹ ਕੇ ਸਾਨੂੰ ਗੁਰੂ ਸਰ ਸਿੱਖਿਆ ਮਿਲਦੀ ਹੈ। ਸਤਿਗੁਰੂ ਪਾਤਸ਼ਾਹ ਸਿਫਤ ਸਲਾਹ ਵਿੱਚ ਬਚਨ ਕੀਤੇ ਨੇ। ਸੋ ਕਹਿਣ ਦਾ ਭਾਵ ਹੈ ਕਿ ਜਦੋਂ ਮਨ ਵਿੱਚ ਮਾਣ ਹੋਵੇ, ਹੰਕਾਰ ਹੋਵੇ, ਅਤੇ ਉਦੋਂ ਸਾਨੂੰ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਜਦੋਂ ਮਾਣ ਦੂਰ ਹੋ ਜਾਵੇ, ਫਿਰ ਸਾਨੂੰ ਗੁਰੂ ਸਵਾਰੇ ਪਰਮੇਸ਼ਰ ਦੀ, ਗੁਰੂ ਸਾਹਿਬਾਨ ਦੀਆਂ ਖੁਸ਼ੀਆਂ ਮਿਲ ਜਾਂਦੀਆਂ ਨੇ। ਸੋ ਸਤਿਗੁਰੂ ਜੀ ਇੱਥੇ ਬਚਨ ਕਰਦੇ ਨੇ ਕਿ ਲਾਲੈ ਗਾਰਬ ਛੋਡਿਆ, ਗੁਰ ਕੈ ਭੈ ਸਹਿਜ ਸੁਭਾਈ। ਜਿਹੜਾ ਲਾਲਾ ਸੇਵਕ ਹੈ ਨਾ, ਦਾਸ, ਉਹਨੇ ਆਪਣੇ ਅੰਦਰੋਂ ਗਾਰਬ ਹੰਕਾਰ ਨੂੰ ਛੱਡਿਆ ਹੋਇਆ ਹੈ। ਗੁਰੂ ਦੇ ਭੈ ਵਿੱਚ ਰਹਿੰਦੇ ਨੇ, ਉਹ ਗੁਰੂ ਦੇ ਭੈ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕਰਦੇ ਨੇ। ਅਤੇ ਸਹਿਜ ਸੁਭਾਈ ਸੁੱਤੇ ਸਿੱਧ ਹੀ
ਫਿਰ ਉਹਨਾਂ ਨੂੰ ਅਨੁਭਵ ਪ੍ਰਕਾਸ਼ ਪ੍ਰਾਪਤ ਹੋ ਜਾਂਦਾ ਹੈ। ਉਹਨਾਂ ਨੂੰ ਆਤਮ ਅਡੋਲਤਾ ਵਾਲੀ ਅਵਸਥਾ ਗੁਰੂ ਸਵਾਰੇ ਪ੍ਰਾਪਤ ਹੋ ਜਾਂਦੀ ਹੈ। ਲਾਲੈ ਖਸਮ ਪਛਾਣਿਆ ਵੱਡੀ ਵਡਿਆਈ, ਉਸੇ ਲਾਲੇ ਸੇਵਕ ਨੇ ਜਿਹਦੇ ਅੰਦਰੋਂ ਗਰਵ ਹੰਕਾਰ ਮੁੱਕ ਗਿਆ, ਮਾਣ ਮੁੱਕ ਗਿਆ। ਉਹਨੇ ਫਿਰ ਆਪਣੇ ਖਸਮ ਨੂੰ ਪਛਾਣ ਲਿਆ, ਖਸਮ ਨਾਲ ਗੁਣਾਂ ਦੀ ਸਾਂਝ ਪਾ ਲਈ। ਕਿਵੇਂ ਪਾਈ ਹੈ? ਉਹਨੇ ਆਪਣੀ ਰਸਨਾ ਦੇ ਨਾਲ ਵੱਡੇ ਪੁਰਖ ਦੀ ਵਡਿਆਈ ਕਰਨਾ ਕੀਤੀ ਹੈ। ਕਿਉਂਕਿ ਜਿਉਂ-ਜਿਉਂ ਆਪਾਂ ਉਸ ਮਾਲਕ ਦੀ ਵਡਿਆਈ ਕਰਾਂਗੇ ਨਾ, ਸਿਫਤ ਕਰਾਂਗੇ, ਤਿਉਂ-ਤਿਉਂ ਉਸ ਮਾਲਕ ਨਾਲ ਸਾਡੀ ਗੁਣਾਂ ਦੀ ਸਾਂਝ ਵੱਧਦੀ ਜਾਵੇਗੀ। ਜਿੰਨੀ ਆਪਾਂ ਸਿਫਤ ਕਰਦੇ ਜਾਵਾਂਗੇ, ਵਡਿਆਈ ਕਰਦੇ ਜਾਵਾਂਗੇ, ਉਹਨਾਂ ਸਾਡੀ ਨੇੜਤਾ ਉਸ ਮਾਲਕ ਨਾਲ, ਗੁਰੂ ਸਾਹਿਬਾਨ ਨਾਲ ਵੱਧਦੀ ਜਾਵੇਗੀ। ਤੇ ਇਸ ਕਰਕੇ ਸਤਿਗੁਰੂ ਕਹਿੰਦੇ ਉਹਨੇ ਹੁਕਮ ਦੀ ਪਛਾਣ ਕੀਤੀ। ਹੁਕਮ ਨੂੰ ਪਛਾਣਨ ਕਰਕੇ ਫਿਰ ਉਹਨੇ ਖਸਮ ਨੂੰ ਪ੍ਰਾਪਤ ਕਰ ਲਿਆ। ਤੇ ਕਹਿੰਦੇ ਇਸ ਕਰਕੇ ਵੱਡੇ ਪੁਰਖ ਦੀ ਵੱਡੀ ਵਡਿਆਈ ਕਰਨਾ, ਕਿ ਜਿਹਦੀ ਵਡਿਆਈ ਕਹਿਣ ਕਰਨ ਤੋਂ ਪਰੇ ਹੈ। ਆਪਣੀ ਰਸਨਾ ਦੇ ਨਾਲ ਉਹ ਲਾਲਾ, ਉਹ ਗੋਲਾ, ਉਹ ਸੇਵਕ ਕਹਿੰਦੇ ਉਸ ਮਾਲਕ ਦੀ ਸਿਫਤ ਕਰਦਾ ਹੈ। ਖਸਮ ਮਿਲਿਆ ਸੁਖ ਪਾਇਆ, ਕੀਮਤ ਕਹਿਣ ਨਾ ਜਾਈ। ਹੁਣ ਜਿਹੜੇ ਸਿਫਤ ਕਰਦੇ ਨੇ, ਵੱਡੇ ਦੀ ਵਡਿਆਈ ਕਰਦੇ ਨੇ, ਉਹਨਾਂ ਨੂੰ ਫਿਰ ਗੁਰੂ ਸਵਾਰਿਓ ਇੱਕ ਦਿਨ ਐਸਾ ਆਉਂਦਾ, ਖਸਮ ਮਿਲਿਆ। ਖਸਮ ਪਰਮੇਸ਼ਰ ਮਿਲ ਜਾਂਦਾ, ਪਰਮੇਸ਼ਰ ਨਾਲ ਇੱਕਮਿਕ ਹੋ ਜਾਂਦੇ ਨੇ। ਤੇ ਉਹਨਾਂ ਨੂੰ ਫਿਰ ਜਿਹਨਾਂ ਨੂੰ ਪਰਮੇਸ਼ਰ, ਉਹਨਾਂ ਸਦੀਵੀ ਕਾਲ ਦਾ ਸੁੱਖ ਪਾਇਆ, ਸੁੱਖ ਪ੍ਰਾਪਤ ਕਰ ਲੈਂਦੇ ਨੇ। ਜਿਨ੍ਹਾਂ ਨੇ ਗੁਰੂ ਸਰੇ ਪਰਮੇਸ਼ਰ ਦਾ ਨਾਮ ਜਪਿਆ, ਗੁਣਾਂ ਦੀ ਸਾਂਝ ਪਰਮੇਸ਼ਰ ਨਾਲ ਕਰ ਲਈ, ਤੇ ਸਤਿਗੁਰੂ ਕਹਿੰਦੇ ਉਸ ਪਿਆਰੇ ਦੀ ਵੀ ਫਿਰ ਕੀਮਤ ਕਹਿ ਕੇ ਨਹੀਂ ਦੱਸੀ ਜਾ ਸਕਦੀ ਹੈ। ਨਾ ਨਾਮ ਦੀ ਕੀਮਤ ਹੈ, ਨਾ ਪਿਆਰੇ ਦੀ ਕੀਮਤ, ਜਿਹੜਾ ਇੱਕਮਿਕ ਹੋ ਜਾਂਦਾ। ਜਿਵੇਂ ਆਪਾਂ ਪੜ੍ਹਦੇ ਹਾਂ ਨਾ, ਦੇਖੋ ਭਗਤ ਧੰਨੇ ਜੀ ਨੇ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ। ਭਗਤ ਧੰਨੇ ਜੀ ਦੇ ਬਾਬਤ ਸਤਿਗੁਰੂ ਬਚਨ ਕਰਦੇ ਨੇ ਕਿ ਇਹ ਬਿਦ ਸੁਣ ਕੈ ਜਾਟਰੋ ਉਠ ਭਗਤੀ ਲਾਗਾ, ਮਿਲੈ ਪ੍ਰਤੱਖ ਗੁਸਾਈਆਂ ਧੰਨਾ ਬਟ ਭਾਗਾ। ਧੰਨਾ ਵੱਡਿਆਂ ਭਾਗਾਂ ਵਾਲਾ ਬਣ ਗਿਆ। ਜਦੋਂ ਧੰਨੇ ਨੇ ਸੁਣਿਆ ਕਿ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ, ਬੁਨਣਾ ਤਰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰਾ ਭਇਓ ਗੁਣੀ ਗਹੀਰਾ, ਸੈਣ ਨਾਈ ਪੁੱਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਬਣੇ ਗਣਿਆ, ਰਵਦਾਸ ਢਭੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਜੋ ਸਾਰਿਆਂ ਦੇ ਨਾਮ ਸੁਣੇ ਕਿ ਨਾਮਦੇਵ ਸ਼ੀਂਬੇ ਨੇ ਪ੍ਰਾਪਤ ਕਰ ਲਿਆ, ਤੇ ਨਾਮਦੇਵ ਸ਼ੀਂਬੇ ਨੇ ਕਬੀਰ ਜੁਲਾਹੇ ਨੇ ਪ੍ਰਾਪਤ ਕਰ ਲਿਆ, ਤੇ ਸੈਣ ਨਾਈ ਬੁੱਤਕਾਰੀ ਜਿਹੜਾ ਉਹ ਰਾਜੇ ਦੀ ਚਾਕਰੀ ਕਰਨ ਵਾਲਾ ਸੀ, ਉਹ ਸੈਣ ਨਾਈ ਨੇ ਪ੍ਰਾਪਤ ਕਰ ਉਹਨੂੰ। ਤੇ ਇਸ ਤਰ੍ਹਾਂ ਰਵਿਦਾਸ ਜਿਹੜਾ ਪਸ਼ੂ ਢੋਣ ਦਾ ਕੰਮ ਕਰਦਾ ਸੀ, ਰਵਿਦਾਸ ਨੂੰ ਪ੍ਰਾਪਤ ਹੋ ਗਿਆ। ਕਹਿੰਦੇ ਫਿਰ ਮੇਰੇ ਮਨ ਵਿੱਚ ਵਿਚਾਰ ਆਏ ਕਿ ਮਨਾ ਜੇ ਇਹ ਕਰ ਸਕਦੇ ਨੇ, ਮੈਨੂੰ ਕਿਉਂ ਨਹੀਂ ਪ੍ਰਾਪਤ ਹੋ ਸਕਦਾ? ਜੇ ਇਹ ਸਾਰੇ ਪਰਮਾਤਮਾ ਦੀ ਬੰਦਗੀ ਕਰਕੇ ਪ੍ਰਭੂ ਨੂੰ ਪ੍ਰਾਪਤ ਕਰ ਸਕਦੇ ਨੇ, ਮੈਨੂੰ ਪਰਮਾਤਮਾ ਕਿਉਂ ਨਹੀਂ ਪ੍ਰਾਪਤ ਹੋ ਸਕਦਾ? ਕਹਿੰਦੇ ਇਹ ਬਿਦ ਸੁਣ ਕੇ ਜਾਟ ਰੋ, ਜੱਟ ਜਾਤੀ ਨਾਲ ਸੰਬੰਧਿਤ ਸੀ, ਕਿਸਾਨ ਸੀ, ਜ਼ਿਮੀਂਦਾਰ ਸੀ, ਉੱਠ ਭਗਤੀ ਲਾਗਾ, ਉੱਠ ਕੇ ਭਜਨ ਬੰਦਗੀ 'ਚ ਲੱਗ ਗਿਆ। ਤੇ ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ, ਧੰਨਾ ਵੱਡਿਆਂ ਭਾਗਾਂ ਵਾਲਾ ਬਣ ਗਿਆ, ਕਿਉਂਕਿ ਉਹਨੂੰ ਗੁਸਾਈ ਮਾਲਕ ਦੀ ਪ੍ਰਾਪਤੀ ਹੋ ਗਈ। ਜਿੱਥੇ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਮੱਥਾ ਟੇਕਦੇ ਹਾਂ, 6 ਗੁਰੂ ਸਾਹਿਬਾਨ ਦੀ ਬਾਣੀ ਹੈ, 15 ਭਗਤਾਂ ਦੀ, 11 ਭੱਟਾਂ ਦੀ ਬਾਣੀ, 4 ਗੁਰਸਿੱਖਾਂ ਦੀ ਬਾਣੀ ਹੈ। ਤੇ ਉਹਨਾਂ 15 ਭਗਤਾਂ ਦੇ ਵਿੱਚੋਂ ਭਗਤ ਧੰਨੇ ਜੀ ਦਾ ਨਾਮ ਵੀ ਦਰਜ ਹੈ ਗੁਰੂ ਸਭਾ। ਸਾਰਿਆਂ ਨੂੰ ਸਾਂਝਾ ਮੱਥਾ ਟੇਕਿਆ ਜਾਂਦਾ ਹੈ। ਦੇਖੋ ਕਿਹੋ ਜੀ ਸਾਧੂ ਸਾਂਝੀ ਬਾਲਤਾ ਸਤਿਗੁਰੂ ਨੇ ਦੇਣਾ ਕੀਤੀ ਹੈ। ਕੋਈ ਰਾਮ ਦੇ ਨਾਮ ਤੇ ਲੜਦਾ ਸੀ, ਕੋਈ ਰਹੀਮ ਦੇ ਨਾਮ ਤੇ ਲੜਦਾ ਫਿਰਦਾ ਸੀ, ਕੋਈ ਕਰੀਮ ਦੇ ਨਾਮ ਤੇ ਲੜਦਾ ਫਿਰਦਾ ਸੀ।
गुरु साहबान ने कोई किसी ने राम कह के रब नूं प्राप्त किया, किसी ने हरि कह के प्राप्त किया, किसी ने गोबिंद कह के प्राप्त किया, तो किसी ने वाहिगुरू कह के उस मार्ग नूं प्राप्त किया। तो सतगुरु ने सारे एक थां ते बिठा दिते कि भाई जिहड़े ये धर्म ने ना, ये बखरे बखरे धर्म विच बखरे बखरे तरीके नाल रब दा नाम लिया जाता है। ये धर्म असल में स्कूल ने जिथे सिक्ख्या प्राप्त की जाती है। जिहड़ा तां विद्यार्थी इस धर्म विच शामिल हुंदा ते चंगी तरह अमल करदा, वधिया पढ़ाई करदा है, अभ्यास करदा है, फिर गुरु उस बच्चे जे स्कूल पढ़ते हुए बच्चे नूं जे 100% नंबर आ जाण तो कहते बच्चे की वधिया A+ आ गया, तो गुरु सवारे इस तरह नंबर दिते जाते हैं। तो इस तरह ही जिहड़े ये धर्म ने बखरे बखरे मजहब ने, चाहे हिंदू है, मुसलमान है, सिख है, ईसाई है, जैनी, बोधी इत्यादि, ये असल परमात्मा नूं मिलण दी स्कूल ने। जिन्हां ने कमाई की है, कई तो अपने अपने धर्म एक दूजे लड़ते झगड़ते फिरते हैं, पर सच जाण जिस धर्म दे विच परमात्मा दा नाम नहीं है ना, वो धर्म सतगुर दे दर ते प्रवान नहीं है। हुण कोई गोबिंद आखदा, कोई राम आखदा, कोई अल्लाह आखदा, खुदा आखदा, कोई रहीम आखदा, कोई करीम आखदा, सारे परमात्मा दे नाम ने। वो सारे ही गुरु ग्रंथ साहिब च बैठे हुए ने। किन्नी सर्ब सांझी बालता सतगुरु ने, किन्नी सांझ रखी उन्हां दे नाल। जे सतगुरु आप बैठे ने ना, देखिया रविदास जी ने नीवी जाति नाल संबंधित सी, कबीर जी नीवी जाति नाल संबंधित सी, ते देखिया गुरु साहिबान जी ने कि ये जिहड़ा उपदेश शब्द का प्रचार असी कर रहे हैं तो शब्द का प्रचार ये कर रहे हैं। तो सतगुरु ने देखिया कि ये नीवी जातां वाले होण करके उदों दे पांडिया ने, उदों दियां सरकारां ने इन्हां नूं मान सन्मान नहीं देना कीता। तो सतगुरु कहण लगे तुहानूं मैं मान सन्मान दा, जिथे असीं बैठांगे ना मेरे नाल तुसां ने बैठना है। अज जिथे गुरु नानक बैठा, जिथे गुरु अंगद देव महाराज बैठे ने, गुरु अमरदास पातशाह बैठे ने, उत्थे गुरु सरे नाल अपने नाल इन्हां भगतां नूं भी, भट्ट साहिबानां नूं भी नाल बिठा लिया। ये दस दिता कि कोई नीच नहीं है, मानस की जात सब एक है पहचान वो। सारे उस परमात्मा दे पैदा कीते ने। कोई किते करके नीवा नहीं हुंदा। पशु ढोना ढोण का काम करते, नाम चमियार रख दिता, चम चम ढोण का काम करते सी ते गुरु नूं चमियार आखण लग पे। जिहड़ा खेतीबाड़ी का काम करते सी जिमीदार लोग, उन्हां नूं बैस आख दिता। जिहड़े शास्त्र चलाउंदे सी, शास्त्र बनाउंदे सी, शास्त्र चलाउंदे सी, उन्हां छत्रियां का नाम देना कीता। ते जिहड़े गुरु सरे पूजा अर्चा इत्यादि करते सी, उन्हां नूं ब्राह्मणां का नाम देना कीता। पर है तो मनुख ने ना, सारे परमात्मा दे बनाए हुए ने। किते अनुसार मनुख का नाम पै गया। अज भी साडे मनां विच मन्नू सिमरत इस तरह घर कर गई है कि अज भी आपां जात पात दे वितकरिਆਂ विच फसे हुए हैं। साडे गुरु साहिबान ने कढ़िया कि सिख की जात नहीं, जिहड़ा सिख अपनी जात दसदा असल विच वो सिख ही नहीं है। ये सतगुर दे रहतनामे विच वचन ने कि जिहड़ा सिख कहंदा मेरी फलानी जात है, कहंदे असल विच भाई वो सिख ही नहीं फिर है। ते सतगुर ने सानू कढ़िया ते आपां फिर उत्थे खड़ गए हैं। इत्थों तक आपां गुरु नूं भी जातां पातां 'च वंड दिता। किवें वंडिया गुरु नूं जातां पातां विच? देखो आ रविदासियां दा गुरुद्वारा, आ जट्टां दा गुरुद्वारा, आ रामगढ़ियां दा गुरुद्वारा, आ फलाणियां दा गुरुद्वारा, आ नाम देव वालियां दा, छिंबियां दा गुरुद्वारा, ते बखरे बखरे नाम गुरुद्वारे दे रखाया। गुरु ग्रंथ अंदर गुरु ग्रंथ साहिब महाराज हन, जिस गुरु नूं आपां मत्था टेक रहे हैं। पर गुरु सवारे नाम वखरे, गुरु नूं भी आपां जातां पातां 'च गुरु कढ़ सारी उम्र सानू सतगुरु जातां पातां 'चों कढ़दे रहे। वो समा याद करो जो भीम चंद नूं सतगुर ने आख्या कहलूर की धरती ते कि तुसीं अमर छक लवो। 22 धार दे राज इकट्ठे होए, मीटिंग होई
जिथे सतगुरु पातशाह कहन लगे अमर छको, रवालसर की धरती ते कहन लगे पातशाह अमर छक लवांगे, पर साडी शर्त है कि साडा बाटा बखरा तैयार किया जाए। पातशाह कहने क्यों? कहन लगे असीं उच्ची जात वाले राजपूत राजे राणी आपां ते तुहाडे जिहड़े सिख ने कोई चमियार है, कोई इस तरह कोई शूद्र की बखरियां बखरियां जातां नाल संबंधित ने सारे। सतगुरु जी फिर असीं उन्हां दा जूठा नहीं खा सकांगे, असीं सारे जिन्ने भी बाई धार दे राजे न अमर छकांगे ते असीं इकट्ठे होकर बाटा साझा कर लवांगे। कलगीधर पातशाह कहन लगे भाई ये नहीं होना, इसे जात पात के वितकरे विचों तो मैं अपने सिखां नूं गुलामी विचों कढ रहा। जे तुहाडे लई बाटा बखरा तैयार किया जाए, तुहानूं बखरा छकाया जाए, सतगुरु कहणगे फिर एडा वड्डा संघर्ष करन दी मैनूं की लोड़ है। गुरु नानक पातशाह तो चले आ रहा तो हुण तक संघर्ष आपां कर रहे हैं, फिर कोई लोड़ नहीं सी। नहीं, सतगुरु कहण ये नहीं होना। इत्थों ही ते भीम चंद ते गुरु कलगीधर पातशाह दी खड़क पई। इत्थों ही गुरु सवारे ऐसा युद्ध होया, कला पई है कि एक दिन समा ऐसा भी आया मेरे गुरु कलगीधर पातशाह नूं आनंदां दी पुरी नूं भी छड्डना पिया। उही कारण बनिया क्योंकि भीम ये पहाड़ी राजे असल च कारण बने। देखो किन्ने किरत घण ने। जदों सतगुरु गुरु हरगोबिंद साहब महाराज गवालीयर के किले विच गए सी ते उदों सतगुरु ने 52 राजपूत राजे छडाणा कीते सी। ये जिन्ने भी ये 22 धार दे राजे सन, अगे इन्हां दे वो दात बाबे सी, वो जिन्ने भी कैदखाने विच पे हुए सन। एडा वड्डा गुरु ने परोपकार किया होवे, राज भाग द्वारा दवाया होवे कह के, ते फिर गुरु सवार किसी के किए हुए परोपकार नूं जे कोई भुल जाए उन्होंने आख्या जाता अकिरत घण। अकिरत घण किए हुए परोपकार नूं भुला देना। ये 22 धार दे राजे बने सन, जिस करके गुरु सवारे सतगुरु पातशाह दे परिवार खेरू खेरू होया। साहिबजादे शहीद होए। आनंदां दी पुरी नूं जिस जिन्हों सਦੀवी काली सतगुरु नूं त्यागना पिया सरीरक तौर पर। हालांकि आत्मक तौर पर सतगुरु आनंदां दी पुरी विखे विराजमान ने, पर सरीरक तौर पर गुरु सरे आनंदां दी पुरी नूं त्याग्या होया है। कारण की गल चाह रही कि जात पात दे विच ही आपां फसे हुए हैं। सर्व सांझी वालता सतगुरु उपदेश देने वाले ने ते सारिआं नूं अपने नाल पातशाह ने बिठाया है। तो सतगुरु बचन करते हैं, कहते भाई इस प्रकार कहते खसम मिलिया सुख पाया कीमत कह ना जाए। जिन्हों ने कहते उस मालक की वडियाई की ना, उन्होंने सेवकों को फिर खसम मिलिया, प्रभु मिल गया तो सुख पाया। उन्होंने सतीवी काल का सुख प्राप्त कर लिया तो कीमत कहन ना जाई प्रभु के नाम की। उन्होंने प्रभु के प्यारिਆਂ की नाम जपण वालिਆਂ की कीमत नहीं कही जा सकती है। रहाउ लाले नो सिरकार है, तुर हुक्म फरमाई लालै हुक्म पछाणिया, सदा रह सर नाई। लाले नो सिरकार है, जिहड़ा लाला सेवक है ना, वो हर समय उस मालक की रजा विच रहिंदा है। उस वाहिगुरु परमात्मा के भाणे विच अपने जीवन नूं बतीत करता है। जिमें धुरों दरगाहों मालक का हुक्म हुंदा ना, खसम का हुक्म फरमान हुंदा है। फरमान तेरा सिरा उपर फिरना करत विचार, तू ही दरिया तू ही करिया। इस तरह गुरु सवारियो उस मालक के हुक्म विच रहिंदे ने ते सतगुरु कहंदे ने इस तरह फिर उस मालक के हुक्म नूं मनदे, सत करके मनदे ने। जिवें धन गुरु अमरदास गुरु अंगद देव महाराज गुरु नानक पातशाह की हजूरी विच पहुँचे, 3 भब्बे सतगुरु ने याद कर लए, भाणा जी, भुल गया जी, भला जी। अंतिम समय तक सतगुरु ने 3 भब्बियां की पालना की।
ਤੇ ਭੱਬਿਆਂ ਦੀ ਪਾਲਣਾ ਕਰਕੇ ਗੁਰੂ ਸਰੇ ਗੁਰੂ ਨਾਨਕ ਦਾ ਹੀ ਰੂਪ ਬਣ ਗਏ। ਇਸ ਕਰਕੇ ਜੋ ਧੁਰੋਂ ਦਰਗਾਹੋਂ ਮਾਲਕ ਦਾ ਹੁਕਮ ਹੁੰਦਾ ਨਾ, ਗੁਰੂ ਦਾ ਸੇਵਕ, ਪ੍ਰਭੂ ਦਾ ਸੇਵਕ ਉਹਨੂੰ ਸਤ ਕਰਕੇ ਮੰਨਦਾ ਹੈ। ਲਾਲਾ ਹੁਕਮ ਪਛਾਣਿਆ ਸਦਾ ਰਹਿ ਸਰਨਾਈ। ਉਹ ਲਾਲਾ ਸੇਵਕ ਪ੍ਰਭੂ ਦੇ ਹੁਕਮ ਨੂੰ ਪਹਿਚਾਣਦਾ, ਹੁਕਮ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦਾ, ਸਦੀਵੀ ਕਾਲੀ ਉਸ ਮਾਲਕ ਦੀ ਰਜਾ ਵਿੱਚ ਰਹਿੰਦਾ ਹੈ। ਆਪੇ ਮੀਰਾ ਬਖਸ਼ ਲੈ ਵੱਡੀ ਵਡਿਆਈ। ਆਪ ਹੀ ਕਹਿੰਦੇ ਉਹ ਪ੍ਰਭੂ ਪਰਮਾਤਮਾ ਬਾਦਸ਼ਾਹ, ਮੀਰਾ ਦਾ ਅਰਥ ਹੈ ਬਾਦਸ਼ਾਹ, ਪਾਤਸ਼ਾਹ ਵੱਡਾ, ਉਹ ਆਪ ਹੀ ਬਖਸ਼ਣ ਵਾਲਾ ਪਾਤਸ਼ਾਹ ਹੈ। ਆਪ ਹੀ ਕਹਿੰਦੇ ਬਖਸ਼ ਲੈਂਦਾ ਆਪਣੇ ਪਿਆਰਿਆਂ ਨੂੰ। ਜਦੋਂ ਉਹ ਮਿਹਰ ਦੇ ਘਰ ਵਿੱਚ ਆਉਂਦਾ, ਉਦੋਂ ਗੁਣ ਅਵਗੁਣ ਮੇਰੋ ਕਛ ਨਾ ਵਿਚਾਰਿਓ, ਪ੍ਰੇਮ ਗਇਓ ਮੋਹਿ ਹਰ ਰੰਗ ਪੀਨ। ਉਹ ਤਾਂ ਪ੍ਰੇਮ ਦੇਖਦਾ, ਇਹ ਨਹੀਂ ਦੇਖਦਾ ਕਿ ਇਹਦਾ ਗੁਣ ਔਗਣ ਕਿੰਨੇ, ਔਗਣ ਨੇ, ਗੁਣ ਕਿੰਨੇ ਨੇ, ਇਹ ਰੰਗ ਗੋਰਾ ਹੈ ਜਾਂ ਕਾਲਾ ਹੈ। ਉਹ ਤਾਂ ਅੰਦਰ ਦੀ ਸੂਰਤ ਦੇਖਦਾ ਗੁਰੂ ਸਾਰੇ, ਬਾਹਰ ਦੀ ਸੂਰਤ ਨਹੀਂ ਦੇਖਦਾ। ਆਪਾਂ ਜਦੋਂ ਰਾਜ ਸੰਸਾਰ ਵਿੱਚ ਵਿਚਰਦੇ ਹਾਂ, ਇੱਕ ਦੂਜੇ ਦੇ ਨੈਣ ਨਕਸ਼ ਦੇਖਦੇ ਹਾਂ ਕਿ ਫਲਾਣੇ ਦਾ ਰੰਗ ਗੋਰਾ, ਫਲਾਣੇ ਦਾ ਰੰਗ ਕਾਲਾ ਹੈ। ਲੜਕਾ ਲੜਕੀ ਦਾ ਰਿਸ਼ਤਾ ਕਰਨਾ ਹੋਵੇ, ਲੜਕੀ ਦੇਖਣ ਜਾਣਾ ਹੈ ਤੇ ਕਹਿੰਦੇ ਲੜਕੀ ਸੋਹਣੀ ਹੋਣੀ ਚਾਹੀਦੀ ਹੈ ਜੀ। ਸਾਰਿਆਂ ਦੀ ਸਾਡੀ ਸੋਚ ਹੈ, ਅਸੀਂ ਨੂੰਹ ਲੈ ਕੇ ਆਉਣੀ ਘਰ ਵਿੱਚ, ਨੂੰਹ ਸੋਹਣੀ ਹੋਵੇ ਤੇ ਅੰਦਰੋਂ ਭਾਵੇਂ ਗੁਰੂ ਸਾਹਿਬ ਕਾਲੀ ਹੋਵੇ ਤੇ ਬਾਹਰੋਂ ਸੋਹਣੀ ਹੋਵੇ, ਉਹ ਪ੍ਰਵਾਨ ਹੋ ਜਾਂਦੀ। ਜਦੋਂ ਫਿਰ ਘਰ ਵਿੱਚ ਕਲਾ ਕਲੇਸ਼ ਹੁੰਦਾ ਨਾ, ਤੇ ਉਦੋਂ ਫਿਰ ਦੁਖੀ ਹੁੰਦੇ ਨੇ, ਜਦੋਂ ਕੋਰਟ ਕਚਹਿਰੀਆਂ ਤੱਕ ਪਹੁੰਚਦੇ ਨੇ। ਅਸਲ ਵਿੱਚ ਗੁਣ ਦੇਖਣੇ ਚਾਹੀਦੇ ਨੇ। ਗੁਣ ਕੀ ਨੇ? ਜਿਸ ਲੜਕੀ ਨੂੰ ਆਪਾਂ ਵਿਆਹ ਕੇ ਘਰ ਵਿੱਚ ਲੈ ਕੇ ਆ ਰਹੇ ਹਾਂ, ਉਹਦੇ 'ਚ ਗੁਣ ਕਿਹੜੇ ਨੇ? ਉਹ ਸ਼ੀਲ ਸੁਭਾਅ ਵਾਲੀ ਹੈ, ਉਹ ਬਾਣੀ ਪੜ੍ਹਨ ਵਾਲੀ ਹੈ, ਅੰਮ੍ਰਿਤ ਵੇਲੇ ਉੱਠਣ ਵਾਲੀ ਹੈ, ਗੁਰਸਿੱਖੀ ਜੀਵਨ ਵਾਲੀ ਹੈ, ਪਰਿਵਾਰ ਨੂੰ ਸਾਂਭਣ ਵਾਲੀ ਹੈ। ਫਿਰ ਤਾਂ ਉਹ ਇਹੋ ਜਿਹੇ ਗੁਣ ਦੇਖਣੇ ਚਾਹੀਦੇ ਸਨ। ਫਿਰ ਕਦੇ ਕਲਾ ਨਹੀਂ ਹੋ ਸਕਦੀ ਘਰ ਵਿੱਚ। ਕਲਾ ਦਾ ਕਾਰਨ ਇਹੋ ਬਣਦਾ ਏ ਕਿ ਆਪਾਂ, ਸਾਡੀ ਪਹੁੰਚ ਸਰੀਰਾਂ ਤੱਕ, ਗੁਰੂ ਸਾਹਿਬਾਨ ਦੀ ਪਹੁੰਚ ਸਾਡੇ ਅੰਦਰ ਤੱਕ। ਉਹ ਸਾਡੇ ਅੰਦਰ ਦੀ ਜਾਣਦੇ ਨੇ ਤੇ ਅਸੀਂ ਬਾਹਰ ਦੀ ਜਾਣਦੇ ਨੇ। ਬਸ ਫਰਕ ਇੰਨਾ ਹੀ ਆ ਬਸ। ਤੇ ਸਤਿਗੁਰੂ ਜੀ ਇੱਥੇ ਬਚਨ ਕਰਦੇ ਨੇ, ਕਹਿੰਦੇ ਭਾਈ ਉਹ ਜਿਹੜਾ ਉਹ ਵਾਹਿਗੁਰੂ ਆਪ ਹੀ ਕਿਰਪਾ ਕਰਕੇ, ਕਹਿੰਦੇ ਸਭ ਤੋਂ ਵੱਡਾ ਮਾਲਕ ਹੈ, ਕਹਿੰਦੇ ਉਹ ਪਰਮੇਸ਼ਰ ਪਾਤਸ਼ਾਹ ਹੈ, ਉਹ ਬਖਸ਼ ਦਿੰਦਾ ਹੈ। ਵੱਡੀ ਵਡਿਆਈ, ਕਹਿੰਦੇ ਉਹਦੀ ਵਡਿਆਈ ਵੱਡੀ ਹੈ, ਉਹਦੀ ਵਡਿਆਈ ਕਹਿ ਕੇ ਨਹੀਂ ਦੱਸੀ ਜਾ ਸਕਦੀ ਹੈ। ਆਪ ਸੱਚਾ ਸਭ ਸੱਚ ਹੈ, ਗੁਰ ਸ਼ਬਦ ਬੁਝਾਈ। ਉਹ ਵਾਹਿਗੁਰੂ ਆਪ ਸੱਚ ਹੈ, ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸਭ ਸੱਚ ਹੈ। ਤੇ ਜੋ ਕੁਝ ਆਪਾਂ ਦੇਖਦੇ ਨਾ, ਉਹਦੀ ਨਿਗਾਹ ਵਿੱਚ ਅਸਲ ਵਿੱਚ ਸਭ ਕੁਝ ਸੱਚ ਦਾ ਹੀ ਪਸਾਰਾ ਹੈ। ਜੋ ਆਪਾਂ ਦੇਖ ਰਹੇ ਹਾਂ, ਸੱਚ ਦਾ ਹੀ ਪਸਾਰਾ ਫੈਲਿਆ ਹੋਇਆ ਹੈ। ਗੁਰ ਸ਼ਬਦ ਬੁਝਾਈ। ਜਦੋਂ ਗੁਰੂ ਸਰ, ਇਹ ਸੋਝੀ ਕਿੱਥੋਂ ਪ੍ਰਾਪਤ ਹੁੰਦੀ ਹੈ ਪ੍ਰਭੂ ਦੇ ਸੇਵਕ ਨੂੰ? ਜਦੋਂ ਉਹ ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ ਨਾ, ਫਿਰ ਉਹਨੂੰ ਸਾਰੀਆਂ ਥਾਵਾਂ 'ਤੇ ਪਰਮੇਸ਼ਰ ਵਾਹਿਗੁਰੂ ਹੀ ਪਰਮੇਸ਼ਰ ਦੀ ਸੱਚਾਈ ਨਜ਼ਰ ਆਉਂਦੀ ਹੈ। ਸਾਰੀਆਂ ਥਾਵਾਂ 'ਤੇ ਰਮਿਆ ਹੋਇਆ ਉਹ ਮਾਲਕ ਦਿਖਾਈ ਦਿੰਦਾ ਹੈ। ਤੇਰੀ ਸੇਵਾ ਸੋ ਕਰੇ, ਜਿਸਨੂੰ ਲਹਿ ਤੂੰ ਲਾਈ। ਹੈ ਵਾਹਿਗੁਰੂ, ਤੇਰੀ ਸੇਵਾ ਉਹੀ ਕਰ ਸਕਦਾ ਹੈ ਜਿਹਨੂੰ ਤੂੰ ਆਪਣੇ ਨਾਲ ਲਾ ਲੈਂਦਾ ਹੈ, ਜਿਸ ਤੂੰ ਲਹਿ ਤੂੰ ਲਾਈ। ਤੇਰੀ ਸੇਵਾ ਮੁਕਤ ਭੁਗਤ, ਤੇਰੀ ਸੇਵਾ ਜਿਸ ਤੂੰ ਆਪ ਕਰਾਏ। ਜਿਹਦੇ ਪਾਸ ਤੂੰ ਆਪ ਕਰਾਉਂਦਾ ਨਾ, ਉਹੀ ਤੇਰੀ ਸੇਵਾ ਕਰ ਸਕਦਾ। ਮਤਾ ਮਨ ਵਿੱਚ ਮਾਣ ਕਰਨਾ। ਕਈ ਵਾਰੀ ਸਾਡੇ ਮਨਾਂ ਵਿੱਚ ਇਹ ਮਾਣ ਆ ਜਾਂਦਾ, ਹੰਕਾਰ ਆ ਜਾਂਦਾ ਕਿ ਅਸੀਂ ਗੁਰੂ ਘਰ ਵਿਖੇ ਝਾੜੂ ਪੋਚਾ ਲਾਉਂਦੇ ਹਾਂ, ਅਸੀਂ ਸਫਾਈ ਕਰਦੇ ਹਾਂ, ਅਸੀਂ ਰਮਾਲੇ ਸਾਹਿਬ ਦੀ ਸੇਵਾ ਕਰਦੇ ਹਾਂ, ਅਸੀਂ ਹੋਰ ਸੇਵਾਵਾਂ ਲੰਗਰਾਂ ਵਿੱਚ ਸੇਵਾ ਕਰਦੇ ਹਾਂ, ਜੋੜੇ ਘਰ ਸੇਵਾ ਕਰਦੇ ਹਾਂ। ਮਨੁੱਖ ਦੇ ਮਨ 'ਚ ਮਾਣ ਆਉਂਦਾ ਹੈ। ਤੇ ਪਾਤਸ਼ਾਹ ਕਹਿੰਦੇ ਨਹੀਂ, ਮਾਣ ਨਹੀਂ ਕਰਨਾ। ਇੰਝ ਆਖੋ ਕਿ ਜਿਸ ਤੂੰ ਆਪ ਕਰਾਏ। ਮਾਲਕ ਜੀ, ਤੁਹਾਡੀ ਸੇਵਾ ਹੈ, ਜਿਹਦੇ ਉੱਤੇ ਤੂੰ ਬਖਸ਼ਿਸ਼ ਕਰ ਦਿੰਦਾ ਨਾ, ਮਿਹਰ ਕਰਕੇ ਤੂੰ ਆਪਣੀ ਸੇਵਾ ਆਪ ਹੀ ਕਰਾ ਦਿਆ ਹੈ। ਮਨੁੱਖ ਨਹੀਂ ਕੁਝ ਕਰ ਸਕਦਾ ਗੁਰੂ ਸਵਾਰੇ।
ਮਾਣ ਆਉਣ ਦਾ ਕਾਰਨ ਪਹਿਲਾਂ ਵੀ ਦਾਸ ਨੇ ਬੇਨਤੀ ਕੀਤੀ ਹੈ ਕਿ ਮਾਣ ਆਉਣ ਦਾ ਕਾਰਨ ਇਹੀ ਹੈ ਜੇ ਸਾਡੇ ਕੋਲ ਸੇਵਾ ਹੈ ਤੇ ਸਿਮਰਨ ਨਹੀਂ ਹੈ, ਸਿਮਰਨ ਹੈ ਤੇ ਸੇਵਾ ਨਹੀਂ ਹੈ। ਜੋ ਦੋਨੋਂ ਚੀਜ਼ਾਂ ਇੱਕ ਥਾਂ ਤੇ ਇਕੱਤਰ ਹੋ ਗਈਆਂ, ਸੇਵਾ ਵੀ ਤੇ ਨਾਲ ਸਿਮਰਨ ਵੀ, ਤੇ ਮਨੁੱਖ ਵਿੱਚ ਕਦੇ ਮਾਣ ਨਹੀਂ ਆ ਸਕਦਾ ਹੈ। ਸੋ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਕਹਿੰਦੇ ਤੂੰ ਆਪ ਹੀ ਮਾਲਕ ਜੀ ਆਪਣੀ ਸੇਵਾ 'ਚ ਆਪਣੇ ਸੇਵਕ ਜਾਣ ਕੇ ਲਾਉਂਦਾ ਹੈ। ਬਿਨ ਸੇਵਾ ਕਿਨੈ ਨ ਪਾਇਆ, ਦੂਜੈ ਭਰਮ ਖੁਆਈ। ਪ੍ਰਭੂ ਦੀ ਸੇਵਾ ਕੀਤੇ ਬਿਨਾ ਕਿਸੇ ਨੇ ਵੀ ਮਾਲਕ ਪ੍ਰਭੂ ਨੂੰ ਪ੍ਰਾਪਤ ਨਹੀਂ ਕੀਤਾ। ਜਿਨ੍ਹਾਂ ਨੇ ਸੇਵਾ ਤਿਆਗੀ ਹੈ, ਸਿਮਰਨ ਤਿਆਗਿਆ ਹੋਇਆ ਹੈ, ਉਹ ਦੂਜਾ ਦਵੈਤ ਵਿੱਚ ਫਸੇ, ਦੁਬਦਾ ਵਿੱਚ ਨੇ। ਇਸ ਤਰ੍ਹਾਂ ਉਹ ਭਰਮ ਵਿੱਚ ਫਸ ਕੇ ਖੁਆਰ ਹੁੰਦੇ ਨੇ ਹਰ ਸਮੇਂ ਉਹ ਜੀਵ। ਇਹ ਗੁਰੂ ਸਵਾਰੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਬਾਕੀ ਰਹਿੰਦੇ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਵਾਲੇ ਦੀਵਾਨਾਂ ਵਿੱਚ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਸੋ ਕਿਉ ਮਨੋ ਵਿਸਾਰੀਐ,